ਜਿਹੜੇ ਡਾਈਪੋਲ ਦੇ ਟੌਪਿਕ ਕਰ ਰਹੇ, ਠੀਕ ਹੈ, ਉਹਦੇ ਵਿੱਚ ਨੈਕਸਟ ਟੌਪਿਕ ਆਣਾ ਸਾਡੇ ਕੋਲ expression for torque, expression for torque acting on a dipole in a uniform external field. एक बार टॉपिक दा हेडिंग पे तो समझ लिया टॉपिक है की है ਤੁਹਾਡੇ ਕੋਲ। ਕਹਿੰਦਾ ਪੁੱਤ ਐਸਾ ਚ ਅਸੀਂ ਕੈਲਕੂਲੇਟ ਕੀ ਕਰਨਾ, ਕਹਿੰਦਾ ਜੀ ਟਾਰਕ ਕੈਲਕੂਲੇਟ ਕਰੋ। ਯਾਨੀ ਆਪਾਂ +1 ਚ ਪੜਿਆ ਸੀ ਜਦੋਂ ਬਾਡੀ ਦੇ ਅੰਦਰ ਰੋਟੇਸ਼ਨਲ ਮੋਸ਼ਨ ਆਉਂਦੀ ਆ ਤੇ ਅਸੀਂ ਫੋਰਸ ਦੇ ਕੋਰਸਪੋਂਡਿੰਗ ਜਿਹੜੀ ਟਰਮ ਯੂਜ਼ ਕਰਦੇ ਉਹਨੂੰ ਟਾਰਕ ਕਹਿੰਦੇ ਆ, ਠੀਕ ਆ। ਇਹਦੇ ਫਾਰਮੂਲੇ ਦੀ ਗੱਲ ਕਰਾਂਗੇ ਅੱਗੇ ਜਾ ਕੇ। ਜੇ ਟੌਪਿਕ ਇਹ ਹੈਗਾ ਐਕਸਪ੍ਰੈਸ਼ਨ ਫॉर ਦਾ ਟਾਰਕ, ਕਿਹਦੇ ਤੇ ਐਕਟ ਕਰਦਾ ਟਾਰਕ, ਕਹਿੰਦਾ ਜੀ ਇੱਕ ਡਾਈਪੋਲ ਦੇ ਉੱਤੇ, ਠੀਕ ਹੈ। ਔਰ ਡਾਈਪੋਲ ਮੇਰਾ ਐਸ ਸੱਚ ਕਿੱਥੇ ਪਿਆ ਵਾ, ਉਹਦੇ ਚ ਆ ਗਿਆ ਇਨ ਯੂਨੀਫਾਰਮ ਐਕਸਟਰਨਲ ਫੀਲਡ। ਇੱਥੇ ਵਰਡ ਤੁਹਾਡੇ ਸਮਝਣ ਵਾਲੇ ਕੀ ਆ। ਪਹਿਲਾ ਵਰਡ ਪਿਛਲੇ ਜਿਹੜੇ ਆਪਾਂ 3 ਟੌਪਿਕ ਕੀਤੇ ਆ, ਐਕਸੀਅਲ ਲਾਈਨ ਵਾਲਾ, ਇਕੁਟੋਰੀਅਲ ਲਾਈਨ ਵਾਲਾ, ਸ਼ਾਰਟ ਡਾਈਪੋਲ ਵਾਲਾ। ਪੁੱਤ ਤਿੰਨਾਂ ਟੌਪਿਕ ਦੇ ਅੰਦਰ ਡਾਈਪੋਲ ਦਾ ਆਪਣਾ ਫੀਲਡ ਸੀਗਾ ਤੇ ਡਾਈਪੋਲ ਦੇ ਫੀਲਡ ਦੇ ਕਿਸੇ ਪੁਆਇੰਟ ਦੇ ਉੱਤੇ, ਹਨਾ, ਡਾਈਪੋਲ ਦੇ ਫੀਲਡ ਦੇ ਅੰਦਰ ਕਿਸੇ ਪੁਆਇੰਟ ਦੇ ਉੱਤੇ ਇਲੈਕਟ੍ਰਿਕ ਫੀਲਡ ਕਿੰਨਾ ਹੈਗਾ ਵਾ, ਉਹ ਅਸੀਂ ਡਾਈਪੋਲ ਦਾ ਇਲੈਕਟ੍ਰਿਕ ਫੀਲਡ ਕੱਢਦੇ ਸੀਗੇ, ਠੀਕ ਹੈ। ਉਹ ਬੇਸ਼ੱਕ ਡਾਈਪੋਲ ਦੀ ਐਕਸੀਅਲ ਲਾਈਨ ਤੇ ਕੈਲਕੂਲੇਟ ਕੀਤਾ, ਬੇਸ਼ੱਕ ਉਹਦੀ ਇਕੁਟੋਰੀਅਲ ਸੀਗਾ, ਬੇਸ਼ੱਕ ਸ਼ਾਰਟ ਡਾਈਪੋਲ ਸੀਗਾ, ਪਰ ਉਹ ਸਾਰੇ ਪੁਆਇੰਟਾਂ ਤੇ ਡਾਈਪੋਲ ਦਾ ਆਪਣਾ ਇਲੈਕਟ੍ਰਿਕ ਫੀਲਡ ਆ। ਇੱਥੇ ਇੱਕ ਵਰਡ ਚੇਂਜ ਆ, ਇੱਥੇ ਤੁਸੀਂ ਐਕਸਟਰਨਲ ਫੀਲਡ ਅਪਲਾਈ ਕਰੋਗੇ, ਯਾਨੀ ਆਪਾਂ ਕਿਸੇ ਇੱਕ ਰੀਜਨ ਦੇ ਅੰਦਰ ਐਕਸਟਰਨਲ ਫੀਲਡ ਅਪਲਾਈ ਕਰੀਏ, ਫਿਰ ਉਸ ਫੀਲਡ ਦੇ ਅੰਦਰ ਅਸੀਂ ਆਪਣੇ ਡਾਈਪੋਲ ਨੂੰ ਰੱਖ ਦਈਏ ਤੇ ਡਾਈਪੋਲ ਐਕਸਟਰਨਲ ਫੀਲਡ ਦੇ ਅੰਦਰ ਕਿੱਦਾਂ ਬਿਹੇਵ ਕਰੇਗਾ, ਉਸ ਚੀਜ਼ ਨੂੰ ਆਪਾਂ ਇਸ ਟੌਪਿਕ 'ਚ ਡਿਸਕਸ ਕਰਨਾ। ਇਹਦੇ ਲਈ ਸਭ ਤੋਂ ਪਹਿਲਾ ਵਰਡ ਆ ਜਿਹੜਾ ਐਕਸਟਰਨਲ ਫੀਲਡ ਕਿਤੇ ਵੀ ਅਪਲਾਈ ਕਰਨਾ, ਉਹ ਕਿੱਦਾਂ ਕਰੀਦਾ। ਉਹਦੇ ਲਈ ਮੈਂ ਤੁਹਾਨੂੰ ਇੱਕ ਚੀਜ਼ ਕਹੀ ਸੀਗੀ, ਆਪਾਂ ਐਸਐਚ ਐਕਸਟਰਨਲ ਫੀਲਡ ਜਦੋਂ ਕਿਤੇ ਅਪਲਾਈ ਕਰਦੇ ਨਾ ਤੇ ਬੇਸਿਕਲੀ ਅਸੀਂ ਆ ਕਹਿ ਦਿੰਦੇ ਕਿ ਸਾਡੇ ਕੋਲ 2 ਮੈਟਲ ਪਲੇਟਸ ਲੈ ਲਓ, ਇੱਕ ਪਲੇਟ ਮੇਰੀ ਪੋਜ਼ਿਟਿਵਲੀ ਚਾਰਜ ਔਰ ਇੱਕ ਪਲੇਟ ਮੇਰੀ ਜਿਹੜੀ ਉਹ ਐਸਐਚ ਨੈਗੇਟਿਵਲੀ ਚਾਰਜ। ਜੇ 2 ਮੈਟਲ ਪਲੇਟਸ ਆ ਗਈਆਂ, ਪੋਜ਼ਿਟਿਵ ਪਲੇਟ ਤੋਂ ਇਲੈਕਟ੍ਰਿਕ ਲਾਈਨਾਂ ਆਊਟਵਰਡ ਨਿਕਲਦੀਆਂ, ਨੈਗੇਟਿਵ ਦੇ ਇਨਵਰਡ ਜਾਂਦੀਆਂ। ਇਹਦਾ ਮਤਲਬ ਜੇ ਮੈਂ ਇੱਥੇ ਇਕੁਅਲ ਡਿਸਟੈਂਸ ਪੈਰਲਲ ਲਾਈਨਾਂ ਡਰਾ ਕਰਦਾ ਜਾਵਾਂ, ਜੇ ਇੱਥੇ ਮੈਂ ਇਕੁਅਲ ਡਿਸਟੈਂਸ ਪੈਰਲਲ ਲਾਈਨ ਡਰਾ ਕਰਾਂ ਤੇ ਇਹਦਾ ਮਤਲਬ ਆ ਕਿ ਵੀ ਇੱਥੇ ਸਾਰੇ ਪੋਰਸ਼ਨ ਦੇ ਅੰਦਰ ਮੇਰੇ ਕੋਲ ਇਲੈਕਟ੍ਰਿਕ ਫੀਲਡ ਦੀ ਸਟਰੈਂਥ ਜਿਹੜੀ ਆ ਉਹ ਯੂਨੀਫਾਰਮ ਆ। ਮਤਲਬ ਮੈਂ ਇੱਥੇ A ਪੁਆਇੰਟ ਤੇ ਕੋਈ ਟੈਸਟ ਚਾਰਜ ਰੱਖ ਦਵਾਂ, ਇੱਥੇ B ਤੇ ਕਿਤੇ ਟੈਸਟ ਚਾਰਜ ਰੱਖ ਦਵਾਂ, C ਤੇ ਰੱਖ ਦਵਾਂ, D ਕਿਸੇ ਪੁਆਇੰਟ ਤੇ ਟੈਸਟ ਚਾਰਜ ਰੱਖ ਦਾਂ ਤੇ ਇਸ ਦੇ ਅੰਦਰ ਹਰ ਪੁਆਇੰਟ ਦੇ ਉੱਤੇ ਇਲੈਕਟ੍ਰਿਕ ਫੀਲਡ ਦੀ ਸਟਰੈਂਥ ਜਿਹੜੀ ਆ ਉਹ ਸੇਮ ਆ। ਮਤਲਬ ਇੱਕ ਪ੍ਰੋਟੋਨ ਮੈਂ ਇੱਥੇ ਰੱਖਤਾ ਜਾਂ ਇੱਥੇ ਰੱਖਤਾ ਜਾਂ ਇੱਥੇ ਰੱਖਤਾ ਜਾਂ ਇੱਥੇ ਕਿਤੇ ਵੀ ਰੱਖ ਦਵਾਂ, ਇਸ ਪ੍ਰੋਟੋਨ ਤੇ ਲੱਗਣ ਵਾਲੀ ਫੋਰਸ ਜਿਹੜੀ ਆ, ਹਨਾ, ਉਹ ਸਾਰੀ ਪੋਜੀਸ਼ਨਸ ਤੇ ਸੇਮ ਲੱਗੇਗੀ। ਕੀ ਇੰਨੀ ਗੱਲ ਸਮਝ ਲੱਗ ਰਹੀ? Yes sir. Yes sir. Yes sir. ਆਪਾਂ ਜਦੋਂ ਫੀਲਡ ਸ਼ੋ ਕਰਨਾ ਨਾ, ਉਹਦੇ ਚ ਕਦੇ ਵੀ ਤੁਹਾਨੂੰ ਜਿਹੜੀਆਂ ਆ ਪਲੇਟਸ ਨਹੀਂ ਉਹਨੇ ਦਿਖਾਣੀਆਂ। ਮਤਲਬ ਤੁਹਾਡੇ ਕੋਲ ਇਲੈਕਟ੍ਰਿਕ ਫੀਲਡ ਜਦੋਂ ਕਿਤੇ ਸ਼ੋ ਅਪ ਹੋਏਗਾ, ਇਸ ਵੇ ਨਾਲ ਆਪਾਂ ਇਕੁਅਲ ਡਿਸਟੈਂਸ ਪੈਰਲਲ ਲਾਈਨ ਸਿਰਫ ਡਰਾ ਕਰ ਦਿੱਤੀ ਤੇ ਇਹਦਾ ਮਤਲਬ ਆ ਕਿ ਇਸ ਰੀਜਨ ਦੇ ਅੰਦਰ ਇਲੈਕਟ੍ਰਿਕ ਫੀਲਡ ਅਪਲਾਈਡ ਆ ਔਰ ਐਰੋ ਹੈਡ ਇਲੈਕਟ੍ਰਿਕ ਫੀਲਡ ਦੇ ਮੈਨੂੰ ਦੱਸ ਦੇ ਕਿ ਵੀ ਕਿੱਧਰਲੇ ਪਾਸੇ ਕਿਹੜੀ ਮੈਟਲ ਪਲੇਟ ਆ, ਠੀਕ ਹੈ। ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ ਹਮੇਸ਼ਾ ਪੋਜ਼ਿਟਿਵ ਤੋਂ ਨੈਗੇਟਿਵ ਆ, ਇਸ ਲਈ ਜੇ ਐਰੋ ਹੈਡ ਲੈਫਟ ਟੂ ਰਾਈਟ ਜਾ ਰਹੀ, ਯਾਨੀ ਇਸ ਸਾਈਡ ਪੋਜ਼ਿਟਿਵ ਪਲੇਟ ਆ ਬੈਟਰੀ ਦੀ ਔਰ ਇਸ ਸਾਈਡ ਬੈਟਰੀ ਦੀ ਨੈਗੇਟਿਵ ਪਲੇਟ ਆ। ਇਨਾ ਕਲੀਅਰ ਹੈ ਜੀ? Yes sir. Yes. Yes sir. ਇਸ ਪੂਰੇ ਦੇ ਪੂਰੇ ਇਲੈਕਟ੍ਰਿਕ ਫੀਲਡ ਰੀਜਨ ਦੇ ਅੰਦਰ ਅਸੀਂ ਆਪਣਾ ਇੱਕ ਡਾਈਪੋਲ ਰੱਖਦੇ ਹਾਂ, ਠੀਕ ਹੈ। ਮੰਨ ਲਓ ਤੁਸੀਂ ਇਸ ਦੇ ਅੰਦਰ ਇੱਕ ਡਾਈਪੋਲ ਰੱਖਿਆ, AB ਮੇਰਾ ਡਾਈਪੋਲ ਹੋ ਗਿਆ, ਠੀਕ ਹੈ ਜੀ। ਡਾਈਪੋਲ ਕੰਸਿਸਟ ਆਫ 2 ਚਾਰਜ -Q ਐਂਡ +Q। ਇਹਦੇ 2 ਚਾਰਜ ਆ ਗਏ ਤੇ ਇਹਨਾਂ ਚਾਰजेस ਦੇ ਉੱਤੇ, ਠੀਕ ਹੈ, ਇੱਕ ਤੇ ਡਾਈਪੋਲ ਦੇ ਚਾਰजेस ਦਾ ਆਪਣਾ ਫੀਲਡ ਆ, ਇੱਕ ਐਕਸਟਰਨਲ ਫੀਲਡ ਤੁਸੀਂ ਅਪਲਾਈ ਕੀਤਾ। ਓਕੇ ਬੱਚੇ, ਮੈਂ ਪੁੱਤ ਇਹ ਕਿਹਾ ਕਿ ਵੀ ਆਪਣੇ ਕੋਲ ਐਸਾ ਇੱਕ ਰੀਜਨ ਦੇ ਅੰਦਰ ਤੁਸੀਂ ਸਭ ਤੋਂ ਪਹਿਲਾਂ ਇਲੈਕਟ੍ਰਿਕ ਫੀਲਡ ਅਪਲਾਈ ਕਰ ਦਿਓ। ਉਹਦੇ ਲਈ ਅਸੀਂ 2 ਮੈਟਲ ਪਲੇਟ ਲੈ ਲਈਆਂ, ਇੱਕ ਪੋਜ਼ਿਟਿਵ ਪਲੇਟ, ਠੀਕ ਹੈ, ਇੱਕ ਨੈਗੇਟਿਵ ਪਲੇਟ। ਅਸੀਂ ਪਲੇਟ ਸ਼ੋ ਆਫ ਨਹੀਂ ਕਰਦੇ ਪਏ,
पर ਆਟੋਮੈਟਿਕਲੀ ਇਹ ਸਿਗਨੀਫਾਈ ਕਰੇਗਾ ਕਿ ਵੀ ਇੱਥੇ ਦੋ ਮੈਟੈਲਿਕ ਪਲੇਟ ਕੰਸੀਡਰ ਹੋ ਰਹੀਆਂ ਜਿਨ੍ਹਾਂ ਤੇ ਇੱਕ ਤੇ ਪੋਜ਼ਿਟਿਵ ਔਰ ਇੱਕ ਤੇ ਨੈਗੇਟਿਵ ਚਾਰਜ ਹੈ। ਉਸ ਤੋਂ ਬਾਅਦ ਇਸ ਪੂਰੇ ਰੀਜਨ ਦੇ ਅੰਦਰ ਜਦੋਂ ਤੁਸੀਂ ਟੈਸਟ ਚਾਰਜ ਜਿਹੜਾ ਵਾ ਉਹ ਡਾਈਪੋਲ ਦੀ ਫਾਰਮ 'ਚ ਰੱਖਿਆ ਤੇ ਡਾਈਪੋਲ ਦਾ ਆਪਣਾ ਫੀਲਡ ਵੀ ਆ, ਇੱਕ ਐਕਸਟਰਨਲ ਫੀਲਡ ਤੁਸੀਂ ਅਪਲਾਈ ਕੀਤਾ। ਇਹ ਦੋਨੋਂ ਫੀਲਡ ਜਦੋਂ ਆਪਸ 'ਚ ਇੰਟਰੈਕਸ਼ਨ ਕਰਦੇ ਨੇ ਉਹਦੇ ਕਰਕੇ ਡਾਈਪੋਲ ਦੇ ਦੋਨਾਂ ਚਾਰजेस ਦੇ ਉੱਤੇ ਫੋਰਸ ਐਕਟ ਕਰਦੀ ਆ। ठीक है, यानी इस पॉजिटिव प्लेट ने इस नेगेटिव चार्ज ते, इस नेगेटिव प्लेट ने इस पॉजिटिव चार्ज ते फोर्सेस लगानियां। हुण ओ फोर्स दा फार्मूला की आपां आ पढ़िया होया, इलैक्ट्रिक फील्ड दा जनरल फार्मूला हुंदा फोर्स बाय टेस्ट चार्ज। इस वेले या पिछले टॉपिक नाल कंपेयर करा, अपने कोल जदों डाइपोल लेके चलदे सीगे -q + q ना, इस पॉइंट ते इस पॉइंट ते इस पॉइंट ते किसी भी पॉइंट ते जदों आपां इलैक्ट्रिक फील्ड कढना सी ਉਦੋਂ ਡਾਈਪੋਲ ਦੇ ਜਿਹੜੇ ਚਾਰजेस ਨੇ ਇਹ ਸੋਰਸ ਚਾਰजेस ਸੀਗੇ ਤੇ ਇਹਨਾਂ ਥਾਵਾਂ ਤੇ ਟੈਸਟ ਚਾਰਜ ਰੱਖਿਆ ਗਿਆ ਸੀ। ਹੁਣ ਇੱਕ ਫਰਕ ਆ, ਹੁਣ ਡਾਈਪੋਲ ਦੇ ਜਿਹੜੇ ਚਾਰजेस ਨੇ ਇਹ ਟੈਸਟ ਚਾਰਜ ਬਣ ਗਏ ਤੇ ਆਹ ਪਲੇਟਸ ਜਿਹੜੀਆਂ ਨੇ ਜਿਨ੍ਹਾਂ ਤੇ ਪੋਜ਼ਿਟਿਵ ਔਰ ਨੈਗੇਟਿਵ ਚਾਰਜ ਆ ਇਹ ਮੇਰੇ ਸੋਰਸ ਚਾਰਜ ਬਣ ਗਏ। ਗੱਲ ਸਮਝ ਆਈ? Yes, sir. ਹੁਣ ਇਥੋਂ ਫਿਰ ਜਦ Yes, sir. ਇਹ ਤੇ ਇਥੋਂ ਫੋਰਸ ਦਾ ਫਾਰਮੂਲਾ ਬਣ ਗਿਆ Q0 E। ठीक है, Q0 एक टेस्ट चार्ज का सिंबल आ, अपना एक टेस्ट चार्ज -Q आ, एक अपना टेस्ट चार्ज +Q आ। हुण होएगा कि आ साइड पॉजिटिव प्लेट आ, पॉजिटिव प्लेट ने इस नेगेटिव चार्ज नु अपने वाल अट्रैक्ट करना। ठीक है, इत्थे ਅਸੀਂ फोर्स लिख दिंदे -QE लग गई। ठीक है जी। सिमिलरली नेगेटिव प्लेट ने ਜਿਹੜੀ ਸਾਰਾ ਰੀਜਨ ਹੈ नेगेटिव प्लेट ਦਾ ਵਾ, इस नेगेटिव प्लेट ने इस पॉजिटिव चार्ज नु अट्रैक्ट करना। इतने फोर्स मान लो मेरे को +QE लग गई। क्या इतनी चीज क्लियर है जी? Yes, sir. Yes, sir. और इस मोमेंट ते ਅਸੀਂ ਕੰਸੀਡਰ ਇਹ ਕੀਤਾ ਕਿ ਸਾਡਾ ਡਾਈਪੋਲ ਜਿਹੜਾ ਉਹ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ ਦੇ ਨਾਲ, ਠੀਕ ਹੈ, ਡਾਈਪੋਲ ਸਾਡਾ ਜਿਹੜਾ ਵਾ ਉਹ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ ਦੇ ਨਾਲ ਥੀਟਾ ਐਂਗਲ ਤੇ ਇਨਕਲਾਈਨਡ ਆ। ਠੀਕ ਹੈ, ਡਾਈਪੋਲ ਦੀ ਲੈਂਥ ਜਿਹੜੀ ਆ ਉਹ ਵੇਰੀਏਬਲ ਸੇਮ ਰੱਖਾਂਗੇ ਕਿ ਡਾਈਪੋਲ ਦੀ ਲੈਂਥ 2a ਆ। ਠੀਕ ਹੈ ਜੀ। ਹੁਣ ਜਦੋਂ ਡਾਈਪੋਲ ਦੇ ਉੱਤੇ ਦੋ ਫੋਰਸਿਸ ਲਾਈ ਕੀਤੀਆਂ, ਠੀਕ ਹੈ ਜੀ, ਇਹਦੇ ਕਰਕੇ ਅਸੀਂ ਕਹਿੰਦੇ ਡਾਈਪੋਲ ਰੋਟੇਟ ਕਰ ਗਿਆ। ਮੈਂ ਇੱਕ ਐਗਜ਼ਾਮਪਲ ਦਿੰਦਾ ਹੁੰਦਾ, ਮੇਰੀ ਬਾਡੀ ਤੇ ਦੋ ਫੋਰਸਿਸ ਲਾਈ ਕਰਦੀਆਂ, ਮੇਰੇ ਇੱਥੇ ਸੈਂਟਰ ਤੇ +10 ਨਿਊਟਨ ਬੈਕਵਰਡ ਤੇ ਪਿੱਛੋਂ 10 ਨਿਊਟਨ ਫਾਰਵਰਡ ਲੱਗੀ, ਮੇਰੇ ਤੇ ਨੈਟ ਫੋਰਸ 0 ਆ, ਮੇਰੇ ਤੇ ਨੈਟ ਟਾਰਕ 0 ਆ ਔਰ ਇਹਨਾਂ ਫੋਰਸਿਸ ਨੇ ਮੇਰੀ ਬਾਡੀ ਤੇ ਕੋਈ ਇਫੈਕਟ ਨਹੀਂ ਕਰਨਾ। ਪਰ ਜੇ ਮੇਰੇ ਰਾਈਟ ਸ਼ੋਲਡਰ ਤੇ 10 ਨਿਊਟਨ ਬੈਕਵਰਡ ਲੱਗੀ ਔਰ ਲੈਫਟ ਸ਼ੋਲਡਰ ਤੇ 10 ਨਿਊਟਨ ਫਾਰਵਰਡ ਲੱਗੀ ਤੇ ਇਹਨਾਂ ਦੋ ਫੋਰਸਿਸ ਦੇ ਅੰਡਰ, ਹਨਾ, ਇਹਨਾਂ ਦੋ ਫੋਰਸਿਸ ਦੇ ਅੰਡਰ ਮੇਰੀ ਬਾਡੀ ਰੋਟੇਟ ਕਰ ਜਾਏ। ਇਹਦਾ ਮਤਲਬ ਇਹ ਹੋ ਗਿਆ ਕਿ ਜਦੋਂ ਕਪਲ ਆਫ ਫੋਰਸ ਜਿਹੜਾ ਵਾ, ਕਪਲ ਆਫ ਫੋਰਸ ਯਾਨੀ ਪੇਅਰ ਆਫ ਫੋਰਸ ਜਿਹੜਾ ਉਹ ਇਸ ਬਾਡੀ ਤੇ ਲਾਈ ਕਰੇਗਾ, ਉਹਨੇ ਡਾਈਪੋਲ ਨੂੰ ਰੋਟੇਟ ਕਰ ਦੇਣਾ। ਕਿਉਂ ਪੁੱਤ? ਕਿਉਂਕਿ ਆਹ ਜਿਹੜੀ ਫੋਰਸ ਲਾਈ ਕਰਦੀ ਪਈ ਤੇ ਜਿਹੜੀ ਇੱਥੇ ਫੋਰਸ ਲਾਈ ਕਰਦੀ ਪਈ, ਇਹਨਾਂ ਦੋਨਾਂ ਫੋਰਸਿਸ ਦੇ ਲਾਈਨ ਆਫ ਐਕਸ਼ਨ ਡਿਫਰੈਂਟ ਆ। ਲਾਈਨ ਆਫ ਐਕਸ਼ਨ ਦਾ ਮਤਲਬ ਆ ਜਿਹੜੀ ਲਾਈਨ ਦੇ ਅਲੋਂਗ ਫੋਰਸਿਸ ਲਾਈ ਕਰਦੀਆਂ, ਜੇ ਮੇਰੇ ਲੈਫਟ ਰਾਈਟ ਸ਼ੋਲਡਰ ਤੇ ਪਿੱਛੇ ਨੂੰ ਲਾਈ ਕਰਦੀ, ਇਹਦਾ ਲਾਈਨ ਆਫ ਐਕਸ਼ਨ ਇੱਥੇ ਆ। ਜਿਹੜੀ ਇਧਰ ਫੋਰਸ ਲਾਈ ਕਰਦੀ ਉਹਦਾ ਲਾਈਨ ਆਫ ਐਕਸ਼ਨ ਇੱਧਰ ਆ। ਇਹਨਾਂ ਫੋਰਸਿਸ ਨੇ ਮੇਰੀ ਬਾਡੀ ਨੂੰ ਘੁਮਾ ਦੇਣਾ। ਠੀਕ ਹੈ, ਇਨ ਦਾ ਸਿਮਿਲਰ ਵੇ ਆ ਜਿਹੜੇ ਕਪਲ ਆਫ ਫੋਰਸ ਆ ਇਹ ਇੱਕੋ ਲਾਈਨ ਤੇ ਲਾਈ ਨਹੀਂ ਕਰਦੇ ਪਏ, ਜਿਹਦੇ ਕਰਕੇ ਤੁਹਾਡਾ ਡਾਈਪੋਲ ਇਹਨਾਂ ਫੋਰਸਿਸ ਦੇ ਕਰਕੇ ਰੋਟੇਟ ਕਰੇਗਾ। ਤੇ ਜੇ ਡਾਈਪੋਲ ਰੋਟੇਟ ਕਰ ਗਿਆ ਤੇ ਇਹਦਾ ਮਤਲਬ ਜਦੋਂ ਫੋਰਸਿਸ ਰੋਟੇਸ਼ਨਲ ਮੋਸ਼ਨ ਲੈ ਕੇ ਆਉਂਦੀਆਂ ਤਾਂ ਅਸੀਂ ਵਰਡ ਯੂਜ਼ ਕਰਦੇ ਬਾਡੀ ਦੇ ਉੱਤੇ ਟਾਰਕ ਲਾਈ ਕਰਦਾ ਪਿਆ। ਕੀ ਆ ਗੱਲ ਸਮਝ ਆਈ? Yes, sir. ਚਲੋ ਇਹਨਾਂ ਵਰਡਸ ਨਾਲ ਇਤੋਂ ਜਿਹੜਾ ਮੈਥਮੈਟੀਕਲ ਹੋਏਗਾ ਉਹ ਚ ਅਸੀਂ ਇਹ ਲੈ ਕੇ ਚੱਲਾਂਗੇ, ਵੀ ਨੋ ਦੈਟ ਟਾਰਕ ਐਕਟਿੰਗ ਔਨ ਦ ਡਾਈਪੋਲ, torque acting on dipole is given by, ਤੇ torque ਦਾ ਪੁੱਤ ਫਾਰਮੂਲਾ ਹੁੰਦਾ ਸਾਡੇ ਕੋਲ either force into perpendicular distance between forces। ਮੈਂ ਫਿਰ ਰਿਪੀਟ ਕਰ ਰਿਹਾ, torque ਦਾ ਫਾਰਮੂਲਾ ਹੋਏਗਾ either force, ਟੋਟਲ ਫੋਰਸ ਨਹੀਂ ਲੈ ਸਕਦੇ ਕਿਉਂਕਿ ਟੋਟਲ ਫੋਰਸ 0 ਆ ਡਾਈਪੋਲ ਦੀ। ਠੀਕ ਹੈ, ਸੋ ਆਈਦਰ ਫੋਰਸ ਲੈ ਲਓ ਤੇ ਪਰਪੈਂਡੀਕੂਲਰ ਡਿਸਟੈਂਸ ਬਿਟਵੀਨ ਫੋਰਸਸ। ਤੇ ਪੁੱਤ ਆ ਫੋਰਸ ਤੇ ਆ ਫੋਰਸ ਆਪਸ ਦੇ ਵਿੱਚ ਜਿਹੜੀਆਂ ਨੇ ਦੋਨੋਂ ਐਂਟੀ ਪੈਰਲਲ ਨੇ, ਇਹਨਾਂ ਦਾ ਪਰਪੈਂਡੀਕੂਲਰ ਡਿਸਟੈਂਸ ਲੈਣ ਵਾਸਤੇ ਆ ਇੱਕ ਪਰਪੈਂਡੀਕੂਲਰ ਡਰਾ ਕਰ ਦਿਓ। BC ਮੇਰਾ ਪਰਪੈਂਡੀਕੂਲਰ ਹੋਏਗਾ
BC मेरा परपेंडिकुलर आ जाएगा जेड़ा SH इन्हां दोनों लाइन दे कहना जी SH परपेंडिकुलर डिस्टेंस दी फॉर्म च मेरे को मिलेगा। क्या इन्नी गल समझ लगी ਆਪਾਂ BC लेंथ क्यों ड्रॉ कीती? Yes, sir. Yes, sir. ਹੁਣ ਇੱਥੇ ਜੇ ਕਰੀਏ ਤੇ देयरफॉर टॉर्क ਸਾਡੇ ਕੋਲ ਕੀ ਆ ਗਿਆ ਆਈਦਰ फोर्स ਨੂੰ QE ਲਿਖਾਂਗਾ क्योंकि फोर्स ਦਾ मैग्नीट्यूड लिखा जा रहा माइनस साइन कितने नहीं स्टैंड करेगा, ठीक है, इनटू परपेंडिकुलर डिस्टेंस BC लेंथ आ जाओ। ਹੁਣ BC ਲੈਂਥ ਨੋਨ ਨਹੀਂ ਹੈਗੀ ਆਪਣੇ ਕੋਲ AB ਲੈਂਥ ਨੋਨ ਆ, ਇਹਨਾਂ ਦੋਨਾਂ ਨੂੰ ਆਪਸ ਵਿੱਚ ਲਿੰਕ ਕਰਾਂ ਜਿੰਨਾ ਆ ਐਂਗਲ ਆ ਪੈਰਲਲ ਲਾਈਨ ਨੇ ਉਹੀ ਐਂਗਲ ਇੱਥੇ ਵੀ ਬਣਾ ਦੇਣਾ ਤੇ ਜੇ ਮੈਂ SH AB ਤੇ BC ਨੂੰ ਆਪਸ ਵਿੱਚ ਲਿੰਕ ਕਰਨਾ ਤੇ ਇਹ sin ਥੀਟਾ ਦੇ ਥਰੂ ਲਿੰਕ ਹੋਊਗੇ। ਪੁੱਤ ਆ ਸਾਈਡ ਮੇਰੀ 2A ਆ ਗਈ, ਇਹਦਾ ਜੇ ਮੈਂ ਕੰਪੋਨੈਂਟ ਐਂਗਲ ਵੱਲ ਲਿਖਾਂ ਤੇ ਕੱਲ ਆਪਾਂ ਗੱਲ ਕੀਤੀ ਸੀ ਇੱਧਰ परपेंडिकुलर कंपोनेंट साइन हुंदा। क्या इन्नी गल क्लियर आ? Yes, sir. वही सेम वर्ड हुन भी ले रहे हैं आप इथे लिखना तो इदा कह सकदे इन ट्रायंगल ACB इस ट्रायंगल दे विच BC by AB लिख दवा ते BC by AB दी वैल्यू sin थीटा वा ते मतलब BC दी लेंथ मेरे कोल 2A sin थीटा आ जाएगी। स्टेप शॉर्ट करदा पिया AB मेरे कोल जेड़ा SHO दी लेंथ नु ਅਸੀਂ 2A कहने पे इसलिए BC ਦੀ ਵੈਲਿਊ 2A sin थीटा ਉਹ ਇਸ ਇਕੁਏਸ਼ਨ ਨੰਬਰ 1 ਚ ਪੁੱਟ ਅਪ ਕਰ ਦਿਓ, ਪੁੱਟ ਇਨ 1 ਤੇ देयरफॉर ਤੁਹਾਡੇ ਕੋਲ ਜਿਹੜਾ ਟਾਰਕ ਹੋਏਗਾ ਟਾਰਕ ਦਾ ਫਾਰਮੂਲਾ ਆ ਗਿਆ QE 2A sin थीटा ਤੇ ਆਪਾਂ ਇੱਕ ਗੱਲ ਕੀਤੀ ਸੀ ਕਿ ਡਾਈਪੋਲ ਦਾ ਕੋਈ ਟਾਪਿਕ ਡਾਈਪੋਲ ਮੂਵਮੈਂਟ ਦੀ ਫਾਰਮ ਚ ਆਏਗਾ, ਸੋ ਇੱਥੋਂ ਚੱਲਾ ਤੇ Q 2A ਇੰਨੀ ਚੀਜ਼ ਨੂੰ ਅਸੀਂ SH ਡਾਈਪੋਲ ਮੂਵਮੈਂਟ P ਨਾਲ ਰਿਪਲੇਸ ਕਰ ਸਕਦੇ। Yes, sir. Yes, sir. तो अपने को टॉर्क का फार्मूला तो डिफाइन कर दो, देयरफॉर साइड को लेते टर्म आ जाएगी टाउ इक्वल टू PE sin थीटा। डाइपोल मोमेंट भी वेक्टर क्वांटिटी, इलेक्ट्रिक फील्ड भी वेक्टर क्वांटिटी नाल एंगल sin दा, दो वेक्टर क्वांटिटी दे नाल sin एंगल आ जाए ते इनु वेक्टर दी क्रॉस प्रोडक्ट लिख सकदे बच्चे। Yes, sir. Yes, sir. यही चीज नु जे ਆਪਾਂ वेक्टर फॉर्म च लिखना यही सेम चीज नु जे ਆਪਾਂ वेक्टर फॉर्म च लिखना ਤੇ then we may write torque vector equal to P vector cross E vector यानी ਆ ਮੇਰੇ ਕੋਲ वेक्टर फॉर्म ਚ ਕਹਿੰਦਾ ਜੀ ਜਿਹੜਾ ਅਸੀਂ ਟਾਰਕ ਨੂੰ ਡਿਫਾਈਨ ਕਰ ਦਾਂਗੇ। क्या इतना क्लियर आ? Yes. Yes, sir. Yes, sir. ਜੇ ਹੁਣ ਮੈਂ ਟਾਰਕ ਦੀ ਡਾਇਰੈਕਸ਼ਨ ਦੇਣੀ ਹੋਵੇ ਬੇਟੇ ਕਿਉਂਕਿ ਵੈਕਟਰ ਕੁਆਂਟੀਟੀ ਬਣੀ ਹੈ ਇਹਦੀ ਡਾਇਰੈਕਸ਼ਨ ਵੀ ਦੱਸਾਂਗੇ ਤੇ ਜਿਹੜੀ ਇਹਦੀ ਡਾਇਰੈਕਸ਼ਨ ਆ ਉਹਦੇ ਲਈ ਅਸੀਂ +1 ਦੇ ਵਿੱਚ ਪੜਿਆ ਸੀ ਰੂਲ ਸੀਗਾ ਰਾਈਟ ਹੈਂਡ ਥੰਬ ਰੂਲ, ਠੀਕ ਹੈ, ਜਾਂ ਅਸੀਂ ਉਹਨੂੰ ਕਹਿੰਦੇ ਸੀ ਮੈਕਸਵੈਲ ਕਾਰਕ ਸਕਰੂ ਰੂਲ ਇਹ ਸੀਗਾ ਕਿ ਜੇ ਤੁਸੀਂ ਆਪਣੇ ਰਾਈਟ ਹੈਂਡ ਤੋਂ ਇੱਥੇ ਆਪਣੇ ਜਿਹੜਾ ਘੁੰਮਣ ਵਾਲਾ ਪਾਰਟ ਆ P cross E ਇਹਦਾ ਮਤਲਬ P ਨੇ ਕ੍ਰਾਸ ਕਰਕੇ P ਨੇ ਰੋਟੇਟ ਕਰਕੇ E ਵੱਲ ਜਾਣਾ है ना, ਇਹ ਮਤਲਬ ਵੈਕਟਰ ਦੀ ਰੋਟੇਸ਼ਨ ਆ ਬੇਟਾ, ਠੀਕ ਹੈ। ਤੇ ਜੇ ਮੇਰੇ ਕੋਲ P ਮੈਂ ਜਿਹੜਾ ਵਾ ਆਪਣੇ ਹੱਥ ਦੇ ਆਹ ਵਾਲੇ ਪੋਰਸ਼ਨ ਨੂੰ ਮੰਨਾ ਔਰ E ਮੈਂ ਆ ਸਟੈਟਿਕ ਪੋਰਸ਼ਨ ਨੂੰ ਮੰਨਾ ਤੇ ਜਦੋਂ P ਰੋਟੇਟ ਕਰਕੇ E ਵੱਲ ਆਏਗਾ ਤੇ ਜਿਹੜਾ ਥੰਬ ਹੋਏਗਾ ਉਹ ਵੈਕਟਰ ਟਾਰਕ ਨੇ ਬਣਨਾ। ਯਾਨੀ ਜੇ ਆ ਮੇਰਾ ਹੱਥ ਇੱਕ XY ਪਲੇਨ ਹੋਵੇ, ਜੇ ਆਪਣੇ ਹੱਥ ਨੂੰ ਮੈਂ XY ਪਲੇਨ ਮੰਨਾ ਇਸ ਪਲੇਨ ਦੇ ਵਿੱਚ ਰੋਟੇਟ ਕਰਨ ਵਾਲਾ ਵੈਕਟਰ ਜਿਹੜਾ ਉਹ ਇਸ ਕਰਵੇਚਰ ਤੇ ਆ ਫਿੰਗਰ ਤੇ ਆ, ठीक है, स्टैटिक वेक्टर आ पाम वाले पोर्शन च आ जाए ਇਹ ਮਤਲਬ ਜਦੋਂ ਆ P ਕ੍ਰਾਸ ਕਰਕੇ E ਵੱਲ ਜਾਏਗਾ ਜੇ ਇਸ ਮੂਵਮੈਂਟ ਤੇ ਟਾਰਕ ਦੀ ਡਾਇਰੈਕਸ਼ਨ ਲੈਣੀ ਹੋਵੇ ਤੇ ਜਿਹੜੇ ਪਲੇਨ ਚ ਆ ਦੋ ਵੈਕਟਰ ਪਏ ਨੇ P ਤੇ E XY ਪਲੇਨ ਚ ਤੇ ਜਿਹੜਾ ਟਾਰਕ ਵੈਕਟਰ ਹੋਏਗਾ ਉਹ ਇਸ ਪਲੇਨ ਦੇ ਪਰਪੈਂਡੀਕੂਲਰ ਨਿਕਲੇਗਾ, ਉਹ ਇਸ ਪਲੇਨ ਦੇ ਪਰਪੈਂਡੀਕੂਲਰ ਨਿਕਲੇਗਾ ਤੇ ਉਸ ਪਲੇਨ ਦੇ ਪਰਪੈਂਡੀਕੂਲਰ ਦੇ ਨਾਲ ਆਊਟਵਰਡ ਹੋਏਗਾ ਕਿ ਇਨਵਰਡ ਹੋਏਗਾ। ਉਹਦੇ ਵਾਸਤੇ ਤੁਹਾਡੀ ਸੈਂਸ ਆਫ ਰੋਟੇਸ਼ਨ ਕੰਸੀਡਰ ਹੋਏਗੀ ਕਿ ਜਦੋਂ P ਤੋਂ ਮੈਂ E ਵੱਲ ਨੂੰ ਰੋਟੇਟ ਕੀਤਾ ਵਾ ਹਨਾ ਇਹ ਰੋਟੇਸ਼ਨ ਐਂਟੀ ਕਲੌਕਵਾਈਜ਼ ਆ ਕਿ ਇਹ ਰੋਟੇਸ਼ਨ ਮੇਰੀ ਕਲੌਕਵਾਈਜ਼ ਆ। ਜੇ ਰੋਟੇਸ਼ਨ ਕਲੌਕਵਾਈਜ਼ ਆ ਠੀਕ ਹੈ ਜੀ ਤੇ ਉਦੋਂ ਥੰਬ ਜਿਹੜਾ ਹੋਏਗਾ ਯਾਨੀ ਵੈਕਟਰ ਜਿਹੜਾ ਟਾਰਕ ਹੋਏਗਾ ਉਹ ਪਲੇਨ ਦੇ ਪਰਪੈਂਡੀਕੂਲਰ ਤੇ ਇਨਵਰਡ ਹੋਏਗਾ, ਠੀਕ ਹੈ। ਤੇ ਜੇ ਇਹ ਸੈਂਸ ਆਫ ਰੋਟੇਸ਼ਨ ਜਿਹੜੀ ਆ ਇਹ ਐਂਟੀ ਕਲੌਕਵਾਈਜ਼ ਹੋਈ ਤੇ ਫਿਰ ਥੰਬ ਜਿਹੜਾ ਹੋਏਗਾ ਉਹ ਇਸ ਪਲੇਨ ਦੇ ਪਰਪੈਂਡੀਕੂਲਰ ਆ ਬਟ ਸ਼ੁੱਡ ਬੀ ਇਨ ਆਊਟਵਰਡ ਡਾਇਰੈਕਸ਼ਨ ਹੋਏਗਾ। ਇੰਨੀ ਗੱਲ ਪਹਿਲਾਂ ਸਮਝ ਲੱਗੀ ਜੀ? Yes, sir. Yes, sir. Yes, sir. ਸੋ ਟਾਰਕ ਵੈਕਟਰ ਆ ਪੁੱਤ ਤੇ ਟਾਰਕ ਦੀ ਡਾਇਰੈਕਸ਼ਨ ਅਸੀਂ ਰਾਈਟ ਹੈਂਡ ਰੂਲ ਨਾਲ ਡਿਫਾਈਨ ਕਰਦੇ ਜਾਂ ਮੈਕਸਵੈਲ ਕਾਰਕ ਸਕਰੂ ਰੂਲ ਨਾਲ ਡਿਫਾਈਨ ਕਰਦੇ।
ਉਹ ਆਊਟਵਰਡ ਲੈਣੀ ਆ ਕਿ ਇਨਵਰਡ, ਉਹ ਅਸੀਂ ਇਸ ਚੀਜ਼ ਤੇ ਲਵਾਂਗੇ ਕਿ ਜਿਹੜੀ ਇੱਥੇ ਰੋਟੇਸ਼ਨ ਆਈ ਆ ਇਹ ਕਲੌਕਵਾਈਜ਼ ਆਈ ਆ ਕਿ ਇਹ ਰੋਟੇਸ਼ਨ ਐਂਟੀ ਕਲੌਕਵਾਈਜ਼ ਆਈ ਆ। ਠੀਕ ਹੈ, ਜਿਸ ਪਾਸੇ ਨੂੰ ਰੋਟੇਸ਼ਨ ਆ ਉਹਦੇ ਅਕੋਰਡਿੰਗਲੀ ਦੱਸ ਦਾਂਗੇ ਕਿ ਜਿਹੜਾ ਟਾਰਕ ਵੈਕਟਰ ਆ ਉਹ ਇਸ ਪਲੇਨ ਦੇ, ਬੋਰਡ ਨੂੰ ਪਲੇਨ ਮੰਨ ਲਓ, ਇਸ ਪਲੇਨ ਦੇ ਪਰਪੈਂਡੀਕੂਲਰ ਤੇ ਆਊਟਵਰਡ ਨਿਕਲਦਾ ਪਿਆ ਕਿ ਇਸ ਪਲੇਨ ਦੇ ਪਰਪੈਂਡੀਕੂਲਰ ਤੇ ਇਨਵਰਡ ਜਾਂਦਾ ਪਿਆ। ਉਹ ਸੈਂਸ ਆਫ ਰੋਟੇਸ਼ਨ ਜਿਹੜੀ ਉਹ ਡਿਫਾਈਨ ਕਰਦੀ। ਕੀ ਗੱਲ ਕਲੀਅਰ ਹੈ ਜੀ? Yes, sir. Yes, sir. Yes, sir. ਹੁਣ ਇਹਦੇ ਵਿੱਚ ਆਪਾਂ ਅੱਗੇ ਉਹਦੇ ਸਬ ਕੇਸਿਸ ਬਣਾਵਾਂਗੇ। ਪਹਿਲਾ ਹੈਗਾ if theta equal to 0, ਥੀਟਾ ਐਂਗਲ ਕਿਹੜੇ ਦੋ ਵੇਰੀਏਬਲ ਚ? ਥੀਟਾ ਐਂਗਲ ਕਿਹੜੇ ਦੋ ਵੇਰੀਏਬਲ ਚ ਆ ਇੱਥੇ? ਬੋਲੋ ਬੱਚੇ, ਸਮਝੋ ਜੇ ਨਹੀਂ ਪਤਾ ਤੇ ਪੁੱਤ ਆਪਾਂ ਬੇਟਾ ਆ ਫਾਰਮੂਲਾ ਪੜਿਆ ਹੋਇਆ c ਵੈਕਟਰ ਇਕੁਅਲ ਟੂ a ਵੈਕਟਰ ਕ੍ਰਾਸ b ਵੈਕਟਰ, ਇਹਨੂੰ ਲਿਖ ਦਈਏ ਤੈਨੂੰ ਆਪਾਂ ਲਿਖਦੇ ab sin ਥੀਟਾ। ਤੇ ਪੁੱਤ ਇੱਥੇ ਆਪਾਂ ਡਿਫਾਈਨ ਕਰਦੇ ਵੇਰ ਥੀਟਾ ਇਜ਼ ਦਾ ਐਂਗਲ ਬਿਟਵੀਨ a ਐਂਡ b, ਥੀਟਾ ਐਂਗਲ a ਔਰ b ਦੇ ਵਿੱਚ ਆ। ਇੱਥੇ ਟਾਰਕ ਮੇਰਾ pe sin ਥੀਟਾ ਆਇਆ, ਇਹਦਾ ਮਤਲਬ ਜਿਹੜਾ ਥੀਟਾ ਐਂਗਲ ਆ that is lies between dipole moment vector and electric field vector। क्या आ गल समझ लगदी पई? Yes, sir. Yes, sir. सो पुੱਤ थीटा Yes, sir. Yes, sir. ਜਿਹੜਾ ਥੀਟਾ ਇਸ ਵੇਲੇ ਵੇਰੀਏਬਲ ਆ ਉਹ p ਤੇ e ਦੇ ਕ੍ਰਾਸ ਲਾਈ ਕਰਦਾ। ਤੇ ਬੱਚੇ ਡਾਈਪੋਲ ਮੂਵਮੈਂਟ ਹਮੇਸ਼ਾ ਅਲੋਂਗ ਦਾ ਡਾਈਪੋਲ ਆ। ਡਾਈਪੋਲ ਮੂਵਮੈਂਟ ਦੀ ਡਾਇਰੈਕਸ਼ਨ ਨੈਗੇਟਿਵ ਟੂ ਪੋਜ਼ਿਟਿਵ ਚਾਰਜ ਆ। ਇਹਦਾ ਮਤਲਬ ਆ ਜਿੱਧਰ ਨੂੰ ਪੈਨ ਮੇਰਾ ਦਿਖਦਾ ਪਿਆ ਇਹ ਡਾਈਪੋਲ ਮੂਵਮੈਂਟ ਦੀ ਡਾਇਰੈਕਸ਼ਨ। ਇਲੈਕਟ੍ਰਿਕ ਫੀਲਡ ਮੇਰਾ ਇਧਰ ਨੂੰ ਰੋਟੇਟ ਹੋਇਆ, ਇਹਨਾਂ ਦੋ ਦੇ ਵਿੱਚ ਐਂਗਲ ਨੂੰ ਅਸੀਂ ਥੀਟਾ ਬੋਲਿਆ ਹੈਨਾ। ਤੇ ਜੇ ਥੀਟਾ 0 ਕਹਿੰਦੇ ਪਏ ਆ ਇਹਦਾ ਮਤਲਬ ਇਹ ਹੋਏਗਾ ਕਿ ਡਾਈਪੋਲ ਜਿਹੜਾ ਵਾ ਉਹ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ ਚ ਲਾਈ ਕਰਦਾ। ਕੀ ਆ ਗੱਲ ਸਮਝ ਲੱਗੀ? Yes, sir. Yes, sir. Yes, sir. ਆ ਚੀਜ਼ਾਂ ਸਮਝਣ ਵਾਲੀਆਂ ਹੋਣਗੀਆਂ, ਜਿਹੜੇ ਕੇਸਿਸ ਦੀ ਡਿਸਕਸ਼ਨ ਕਰਾਂਗਾ ਤੁਹਾਡੇ ਨਾਲ, ਸਮਝਿਓ ਧਿਆਨ ਨਾਲ। ਇਹਦਾ ਮਤਲਬ ਜੇ ਡਾਈਪੋਲ ਐਸ ਸੱਚ ਥੀਟਾ ਐਂਗਲ ਤੇ ਆ, ਮੈਂ 0 ਨਹੀਂ ਕਹਿ ਰਿਹਾ, ਤੇ ਇਸ ਵੇਲੇ ਡਾਈਪੋਲ ਤੇ ਜਿਹੜੀਆਂ ਦੋ ਫੋਰਸਸ ਲੱਗੀਆਂ ਉਹਨਾਂ ਨੇ ਡਾਈਪੋਲ ਨੂੰ ਰੋਟੇਟ ਕਰਾਇਆ and they try to align the dipole in the direction of electric field। ਉਹ ਟਾਰਕ ਕੀ ਕਰਦਾ ਪਿਆ, ਡਾਈਪੋਲ ਨੂੰ ਘੁਮਾ ਕੇ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ ਚ ਲੈ ਕੇ ਆਣਾ ਚਾਹ ਰਿਹਾ। ਪਰ ਜੇ ਆਲਰੇਡੀ ਮੇਰਾ ਡਾਈਪੋਲ ਜਿਹੜਾ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ ਚ ਹੀ ਪਿਆ ਵਾ ਤੇ ਆਪਾਂ ਇਹ ਨਹੀਂ ਕਵਾਂਗੇ ਫੋਰਸਸ ਨਹੀਂ ਲਾਈ ਕੀਤੀਆਂ। ਜੇ ਮੈਂ ਆ ਲਵਾਂ ਕਿ ਡਾਈਪੋਲ ਮੇਰਾ ਇਲੈਕਟ੍ਰਿਕ ਫੀਲਡ ਦੇ ਵਿੱਚ ਹੀ ਪਿਆ, ਹੁਣ ਵੀ ਇਸ ਡਾਈਪੋਲ ਤੇ ਦੋ ਫੋਰਸਸ ਆ। ਠੀਕ ਹੈ, ਯਾਨੀ ਜੇ ਆ ਇਲੈਕਟ੍ਰਿਕ ਫੀਲਡ ਆ, ਆਪਾਂ ਆ ਡਿਫਾਈਨ ਕਰੀਏ ਕਿ ਆ ਇਲੈਕਟ੍ਰਿਕ ਫੀਲਡ ਆ ਔਰ ਆ ਮੇਰਾ ਡਾਈਪੋਲ ਪਿਆ AB ਔਰ ਇਸ ਵੇਲੇ ਡਾਈਪੋਲ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ ਚ ਪਿਆ ਵਾ। ਇੱਥੇ -q ਚਾਰਜ, ਇੱਧਰ ਮੇਰਾ +q ਚਾਰਜ। ਤੇ ਪੁੱਤ ਇਸ ਮੂਮੈਂਟ ਤੇ ਕੀ ਹੋਏਗਾ ਜੇ ਮੈਂ ਮੈਥਮੈਟਿਕਲੀ ਕਹਾਂ, ਜਦੋਂ ਥੀਟਾ 0 ਆ sin 0 0 ਹੋ ਜਾਣਾ। ਠੀਕ ਹੈ, ਇਹਦਾ ਮਤਲਬ ਟਾਰਕ ਦੀ ਵੈਲਿਊ 0, ਯਾਨੀ ਇੱਥੋਂ ਚਲੀਏ ਤੇ ਟਾਰਕ ਦੀ ਵੈਲਿਊ 0 ਆ। ਦੋ ਕੇਸ ਇਕੱਠੇ ਲਿਖਣ ਲੱਗਿਆ, ਇੱਕ ਵਾਰੀ ਪਹਿਲਾਂ ਸੁਣਿਓ ਫਿਰ ਬਾਅਦ ਚ ਇਹਦੀ ਐਸਐਚ ਐਕਸਪਲੇਨੇਸ਼ਨ ਦਵਾਂਗਾ। ਦੂਜੇ ਪਾਸੇ ਜੇ ਥੀਟਾ 0 ਦੀ ਥਾਂ ਤੇ ਅਸੀਂ ਆ ਲਈਏ if ਥੀਟਾ ਇਕੁਅਲ ਟੂ 180 ਡਿਗਰੀ ਤੇ sin 180 ਵੀ 0 ਹੀ ਹੁੰਦਾ, sin 0 ਵੀ 0 ਹੁੰਦਾ ਤੇ sin 180 ਵੀ 0 ਹੁੰਦਾ। ਤੇ ਮਤਲਬ ਟਾਰਕ ਹੁਣ ਵੀ 0 ਆ। ਪਰ ਦੋਨਾਂ ਕੇਸਿਸ ਚ ਫਰਕ ਕੀ ਆ, ਵਰਡ ਸਮਝਣ ਵਾਲੇ ਤੁਹਾਡੇ। ਇਸ ਕੰਡੀਸ਼ਨ ਨੂੰ ਅਸੀਂ ਨਾਮ ਦਈਏ ਤੇ ਇਹਨੂੰ ਕਵਾਂਗੇ ਜੀ ਇਹ ਸਟੇਬਲ ਇਕੁਇਲਿਬ੍ਰੀਅਮ ਆ। ਇਹਨੂੰ ਅਸੀਂ ਨਾਮ ਦਈਏ ਤਾਂ ਅਸੀਂ ਇਹਨੂੰ ਕਹਿੰਦੇ ਜੀ ਇਹ ਸਟੇਬਲ ਇਕੁਇਲਿਬ੍ਰੀਅਮ ਆ। ਇਹਨੂੰ ਨਾਮ ਦਈਏ ਤਾਂ ਅਸੀਂ ਕਹਿੰਦੇ ਜੀ ਇਹ ਅਨਸਟੇਬਲ ਇਕੁਇਲਿਬ੍ਰੀਅਮ ਆ। ਉਹ ਕਹਿੰਦਾ ਵੀ ਇਹਨਾਂ ਦੋਨਾਂ ਚੀਜ਼ਾਂ ਦਾ ਮਤਲਬ ਕੀ ਆ। ਤੇ ਬੱਚੇ ਆਪਾਂ ਇਹਨੂੰ ਇਦਾਂ ਡਿਫਾਈਨ ਕਰਦੇ ਹਾਂ ਕਿ ਜਦੋਂ ਐਸ ਸੱਚ ਡਾਈਪੋਲ ਜਿਹੜਾ ਵਾ ਉਹ ਥੀਟਾ 0 ਬਣਾ ਰਿਹਾ, ਇਹਦਾ ਮਤਲਬ ਇਹ ਹੋਇਆ ਕਿ ਜਿਹੜੀ ਡਾਈਪੋਲ ਮੂਵਮੈਂਟ ਆ, ਜਿਹੜੀ ਡਾਈਪੋਲ ਮੂਵਮੈਂਟ ਆ ਤੇ ਜਿਹੜਾ ਇਲੈਕਟ੍ਰਿਕ ਫੀਲਡ ਆ ਹਨਾ, ਬੋਥ ਆਰ ਇਨ ਦਾ ਸੇਮ ਡਾਇਰੈਕਸ਼ਨ। ਤੇ ਜਦੋਂ ਅਸੀਂ ਕਹਾਂਗੇ 180 ਆ, ਇਹਦਾ ਮਤਲਬ ਡਾਈਪੋਲ ਆਪਾਂ ਇੱਥੋਂ ਚੁੱਕ ਕੇ AB ਦੀ ਥਾਂ ਤੇ ਇਹਨੂੰ ਪੁੱਠਾ ਰੱਖ ਦਾਂਗੇ। ਪੁੱਠਾ ਰੱਖਣ ਦਾ ਮਤਲਬ ਇਹ ਹੋਏਗਾ ਕਿ ਵੀ ਪਲੱਸ ਵਾਲਾ ਚਾਰਜ ਇੱਧਰ, ਮਾਈਨਸ ਵਾਲਾ ਚਾਰਜ ਇੱਧਰ। ਕਹਿੰਦਾ ਉਹਨਾਂ ਫਰਕ ਕੀ ਪਏਗਾ, ਉਹਨਾਂ ਅਸੀਂ ਸਟੇਬਲ ਤੇ ਅਨਸਟੇਬਲ ਵਾਲੇ ਵਰਡ ਕਿਉਂ ਐਡ ਕਰ ਲਏ? ਤੇ ਉਹਦਾ ਕਾਰਨ ਇਹ ਹੋਏਗਾ ਕਿ ਜੇ ਇਸ ਵੇਲੇ ਇਧਰ -q ਚਾਰਜ ਆ, ਇਸ +q ਨੇ ਉਹਨੂੰ ਆਪਣੇ ਵੱਲ ਅਟਰੈਕਟ ਕਰਨਾ। Yes, sir. Yes, sir. ਯਾਨੀ ਜਿਹੜੀ -qe ਫੋਰਸ ਲੱਗੀ ਔਰ ਇਹਦੀ ਜਿਹੜੀ ਇਧਰ +q ਫੋਰਸਸ ਲੱਗੀਆਂ ਨਾ,
ਹੁਣ ਇਸ ਵੇਲੇ ਜੇ ਮੈਂ ਲਵਾਂ ਤੇ ਡਾਈਪੋਲ ਤੇ ਰਿਜ਼ਲਟੈਂਟ ਫੋਰਸ ਕਿੰਨੀ ਆ 0 0 ਮਾਈਨਸ QE ਤੇ ਪਲੱਸ QE ਫੋਰਸ ਤਾਂ ਪਹਿਲਾਂ ਵੀ 0 ਸੀ ਫੋਰਸ ਹੁਣ ਵੀ 0 ਪਰ ਇੱਕ ਫਰਕ ਪੈ ਗਿਆ ਉੱਥੇ ਡਾਈਪੋਲ ਤੇ ਜਿਹੜੀਆਂ ਦੋਨੋਂ ਫੋਰਸਿਸ ਸੀ ਉਹਨਾਂ ਦੇ ਲਾਈਨ ਆਫ ਐਕਸ਼ਨ ਡਿਫਰੈਂਟ ਹੋਣ ਕਰਕੇ ਉਹ ਡਾਈਪੋਲ ਨੂੰ ਰੋਟੇਟ ਕਰਦੀਆਂ ਸੀ ਪਰ ਹੁਣ ਜਿਹੜੀਆਂ ਦੋਨੋਂ ਫੋਰਸਿਸ ਆ ਗਈਆਂ ਇਹ ਇੱਕੋ ਲਾਈਨ ਦੇ ਉੱਤੇ ਆ ਗਈਆਂ yes sir yes sir ਮੈਨੂੰ ਅੱਗਿਓਂ ਫੜ ਕੇ ਵੀ ਕੋਈ ਉਨਾ ਹੀ ਖਿੱਚਦਾ ਪਿਆ ਮੈਨੂੰ ਪਿੱਛੋਂ ਫੜ ਕੇ ਵੀ ਉਨਾ ਹੀ ਕੋਈ ਖਿੱਚਦਾ ਪਿਆ ਅਲਟੀਮੇਟ ਮੇਰੇ ਤੇ ਜਿਹੜੀ ਨੈਟ ਫੋਰਸ ਆ ਉਹ ਵੀ 0 ਔਰ ਜਿਹੜੀਆਂ ਮੇਰੇ ਤੇ ਦੋ ਫੋਰਸਿਸ ਲਾਈ ਕਰ ਰਹੀਆਂ ਉਹ ਮੈਨੂੰ ਘੁਮਾ ਵੀ ਨਹੀਂ ਪਾ ਰਹੀਆਂ ਇਹਦਾ ਮਤਲਬ ਇਸ ਮੂਵਮੈਂਟ ਤੇ ਡਾਈਪੋਲ ਜਿਹੜਾ ਹੋਏਗਾ ਇਹ ਰੈਸਟ ਦੀ ਸਟੇਟ 'ਚ ਹੋਏਗਾ ਡਾਈਪੋਲ ਜਿਹੜਾ ਰੈਸਟ ਦੀ ਸਟੇਟ 'ਚ ਹੋਏਗਾ ਕੋਈ ਉਹ 'ਚ ਮੋਸ਼ਨ ਨਹੀਂ ਆ ਪਾਣੀ ਕਿਉਂਕਿ ਨਾ ਟਾਰਕ ਲੱਗਿਆ ਤੇ ਨਾ ਫੋਰਸ ਲੱਗੀ ਠੀਕ ਹੈ ਤੇ ਜਦੋਂ ਬਾਡੀ ਦੇ ਉੱਤੇ ਟਾਰਕ ਵੀ 0 ਹੋਵੇ ਬਾਡੀ ਤੇ ਫੋਰਸ ਵੀ 0 ਹੋਵੇ ਅਸੀਂ ਕਹਿੰਦੇ ਜੀ ਬਾਡੀ ਇਕੁਇਲਿਬਰੀਅਮ 'ਚ ਮੈਂ ਸਟੇਬਲ ਵਰਡ ਨਹੀਂ ਵਿੱਚੋਂ ਚੁੱਕਿਆ ਜੀ ਅਸੀਂ ਕਹਿੰਦੇ ਬਾਡੀ ਇਕੁਇਲਿਬਰੀਅਮ 'ਚ ਆ ਜਦੋਂ ਬਾਡੀ ਤੇ ਨੈਟ ਟਾਰਕ 0 ਜਦੋਂ ਬਾਡੀ ਤੇ ਨੈਟ ਫੋਰਸ 0 ਅਸੀਂ ਕਹਿੰਦੇ ਬਾਡੀ ਇਕੁਇਲਿਬਰੀਅਮ 'ਚ ਠੀਕ ਹੈ